जी का खालसा वाहिगुरु जी परम सन्मानयोग जुगो जुग टल सबदा अवतार शांति की धुन अमृत दे सौमे ज्ञान दे महान सागर दसां पातशाहियां दी आत्मिक जोत श्री गुरु ग्रंथ साहिब जी महाराज जी दी पावन पवित्र हजूरी विखे जोड़ी सरबत संगत आओ सारे रल मिल के रोजाना की तरह गुरबाणी की अमृत विचार सांझी करने की कोशिश करें। गुरबाणी की पाक पवित्र विचार सरवण करने तो पहले और सारे एक बारी एकाग्र चित्त हो के आखिए सतनाम। विचार लई बाणी का मूल पाठ इस प्रकार है। वाहिगुरु जी बिलावल महला पहला सिद्धि कर दसमा जत एक ओंकार सतगुर प्रसाद द्वादश मुद्रा मन अतूता अहनस जागे कभे ना सूता द्वादश मुद्रा मन अतूता अहनस जागे कभे न सूता जागत जाग रहे लिबलाए गुर पर जय तिस काल न खाए अतीत भये मारे बहराई परमणत नानक तह लिबलाई द्वादशी दया दान कर जाने बाहर जातो भीतर आए परती बरत रहे निहकाम अजपा जाप जपे मुख नाम तीन पवन में एको जाने सब सुच संजम साच पछाणे तीन पवन में एको जाने सब सुच संजम साच पछाणै। वाहिगुरु जी का खालसा वाहिगुरु जी की परम सन्मानयोग सतगुरु जी दे पावन पवित्र चरण कबलों विखे पराजमान सुशोभत शोभायमान सत्कारयोग सरबत संगत माई पाई। ये जो पावन पवित्र बाणी होने पढ़ी गई है ते आप सारे ने बहुत ही ध्यान नाल एकाग्र चीत हो के इस बाणी सरवण किया। आप सारिया संगतां दा बहुत बहुत कोटन कोट धन्यवाद है जिन्हों ने गुरु घर दे विच आके गुरबाणी नूं सुनिया। बिलावल महला पहला थित्ती घर दसवां जत
ਇਸ ਸਰਲੇਖ ਹੇਠ ਅਸੀਂ ਕਈ ਦਿਨਾਂ ਤੋਂ ਲੜੀਵਾਰ ਬਿਲਾਵਰ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹ ਰਹੇ ਹਾਂ, ਜਿਸ ਦਾ ਸਰਲੇਖ ਹੈ ਥਿਤੀ। ਇਸ ਨੂੰ ਸੰਗੀਤ ਦੇ 10ਵੇਂ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਹੈ ਤੇ ਹਰ ਇੱਕ ਤਿਥ ਦੇ ਨਾਲ ਗੁਰੂ ਜੀ ਨੇ ਸਾਨੂੰ ਸ੍ਰੇਸ਼ਟ ਉਪਦੇਸ਼ ਬਖਸ਼ਿਸ਼। ਜਿਵੇਂ ਅਸੀਂ ਰੋਜ਼ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ, ਏਕਮ ਵਾਲੇ ਦਿਨ ਵੀ ਸਾਨੂੰ ਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਦੂਜ ਵਾਲੇ ਦਿਨ ਵੀ ਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਤੀਜ ਵਾਲੇ ਦਿਨ ਵੀ ਉਪਦੇਸ਼ ਬਖਸ਼ਿਆ ਹੈ, ਚੌਥ, ਪੰਚਮੀ, ਛਠ, ਸੱਤਿਓਂ, ਅੱਠਿਓਂ, ਨੌਵੀਂ, 10ਵੀਂ, ਇਕਾਦਸ਼ੀ, ਸਾਰਿਆਂ ਨੂੰ ਸਾਹਮਣੇ ਰੱਖ ਕੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਗਿਆਨ ਬਖਸ਼ਿਆ ਹੈ ਤੇ ਜੀਵਨ ਜਿਉਣ ਦਾ ਸ੍ਰੇਸ਼ਟ ਢੰਗ ਵੀ ਜਾਚ ਦੱਸੀ। ਅੱਜ ਜਿਹੜਾ ਅਸੀਂ ਸ਼ਬਦ ਬਾਣੀ ਪੜ੍ਹੀ ਹੈ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਾਡੇ ਤੇ ਕੀ ਕਿਰਪਾ ਕਰ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਵਿਚਾਰ ਸਾਂਝੇ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਦੁਆਦਸ ਮੁਦਰਾ ਮਨ ਔਤੂਤਾ। ਦੁਆਦਸ ਵਾਲੇ ਦਿਨ, ਕੱਲ ਅਸੀਂ ਪੜ੍ਹੇ ਸੀ ਇਕਾਦਸ਼ੀ। ਇਕਾਦਸ਼ੀ ਇੱਕ ਹਿਰਦੇ ਵਸਾਵੇ। ਇਕਾਦਸ਼ੀ ਨੂੰ ਇਕਾਦਸ਼ੀ ਕਿਉਂ ਕਹਿੰਦੇ ਹਾਂ ਆਪਾਂ? ਏਕਾਦਸ਼ੀ 10 ਤੇ ਜਮਾ 1 ਬਣ ਗਏ 11। ਇਸ ਨੂੰ ਅਸੀਂ ਆਪਣੀ ਪੁਆਧੀ ਬੋਲੀ ਵਿੱਚ ਕਹਿ ਸਕਦੇ ਹਾਂ ਕਿ 11ਵੀਂ ਹੈ ਅੱਜ, 10ਵੀਂ ਹੈ, 11ਵੀਂ ਹੈ, 12ਵੀਂ ਹੈ। ਤੇ ਉਂਝ ਲਿਖਿਆ ਹੈ ਇਕਾਦਸ਼ੀ, ਦੁਆਦਸ਼ੀ, ਤਰੋਦਸ਼ੀ, ਚੌਦਸ। ਤੇ ਸਤਿਗੁਰੂ ਜੀ ਨੇ ਫਰਮਾਇਆ, ਦੁਆਦਸ ਮੁਦਰਾ ਮਨ ਔਤੂਤਾ। ਭਾਈ ਮਨ ਜਿਹੜਾ ਹੈ ਨਾ, ਔਤੂਤ ਹੋਣਾ ਜ਼ਰੂਰੀ ਹੈ। ਔਤੂਤ ਇਹ ਜਿਹੜੀ ਸ਼ਬਦਾਵਲੀ ਹੈ ਨਾ ਵਰਤੀ ਹੋਈ ਗੁਰੂ ਜੀ ਨੇ, ਜੋਗੀਆਂ ਵਾਲੀ ਸ਼ਬਦਾਵਲੀ ਹੈ, ਨਾਥਾਂ ਵਾਲੀ। ਇਹ ਜਿਹੜੀ ਲੈਂਗੁਏਜ ਹੈ ਨਾ, ਇਹ ਉਹਨਾਂ ਦੀ ਹੈ, ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਹੀ ਸਮਝਾਇਆ, ਨਾਲ ਸਾਨੂੰ ਵੀ ਸਮਝਾਇਆ। ਕਿਉਂਕਿ ਜਿਹੜੇ ਜੋਗੀ ਸਨ ਉਹ ਅਤੂਤ ਰਹਿੰਦੇ ਸੀ। ਬਾਰ-ਬਾਰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਭੂਤ ਮਲਦੇ ਸੀ, ਕੰਨ ਪੜਾ ਲੈਂਦੇ ਸੀ, ਜਟਾਂ ਰੱਖਦੇ ਸੀ। ਉਸੇ ਹੀ ਸ਼ਬਦਾਵਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਭਾਈ
ਮਨ ਦੇ ਵਿੱਚ ਔਤੂਤਾ ਚਾਹੀਦਾ ਹੈ। ਮਨ ਤਿਆਗ, ਤਿਆਗ ਦੀ ਭਾਵਨਾ ਚਾਹੀਦੀ ਹੈ। ਤਿਆਗ ਸਾਡੇ ਅੰਦਰ ਕੀ ਹੈ? ਸਾਡੇ ਅੰਦਰ ਹੈ ਵਸਤੂਆਂ ਦੀ ਪਕੜ। ਭਾਵੇਂ ਸਾਨੂੰ ਕਿਸੇ ਚੀਜ਼ ਦੀ ਘਰ ਵਿੱਚ ਲੋੜ ਵੀ ਨਾ ਹੋਵੇ, ਉਹਨੂੰ ਵੀ ਅਸੀਂ ਪਕੜ ਕੇ ਰੱਖਦੇ ਹਾਂ, ਪਕੜਨਾ ਚਾਹੁੰਦੇ ਹਾਂ, ਚਾਹੇ ਲੋੜ ਵੀ ਨਾ ਹੋਵੇ। ਲੋੜ ਸਾਡੀ ਘੱਟ ਹੈ, ਜਮਾਖੋਰੀ ਵੱਧ ਹੈ। ਮਹਿੰਗਾਈ ਇਸ ਕਰਕੇ ਹੀ ਹੁੰਦੀ ਹੈ ਤੇ ਸਮਾਜਿਕ ਢਾਂਚਾ ਵਿਗੜਦਾ ਹੈ। ਚੀਜ਼ਾਂ ਮਹਿੰਗੀਆਂ ਹੁੰਦੀਆਂ ਹਨ, ਹਫੜਾ ਦਫੜੀ ਮਚਦੀ ਹੈ, ਬੁਰਾ ਹਾਲ ਹੁੰਦਾ ਹੈ, ਬੰਕੇ ਦਿਹਾੜੇ ਹੁੰਦੇ ਹਨ, ਚੀਜ਼ਾਂ ਦੇ ਰੇਟ ਵੱਧ ਜਾਂਦੇ। ਦੇਖੋ ਮਾੜੀ ਜਿਹੀ ਗੱਲ ਕੀਤੀ ਕਿਸ ਤਰ੍ਹਾਂ ਬਣ ਗਈ ਕਹਾਣੀ। ਕਿਉਂਕਿ ਤਿਆਗ ਭਾਵਨਾ ਨਹੀਂ ਹੈ। ਜਿਹੜੀ ਚੀਜ਼ ਦੀ ਮੈਨੂੰ ਲੋੜ ਹੀ ਨਹੀਂ, ਮੈਂ ਉਹਦੇ ਪਿੱਛੇ ਕਿਉਂ ਦੌੜਾਂ, ਐਵੇਂ ਪੈਸੇ ਕਿਉਂ ਖਰਚਾਂ। ਸਾਡੇ ਘਰਾਂ ਦੇ ਵਿੱਚ ਬਹੁਤਾਤ ਇਹੋ ਜਿਹੀਆਂ ਚੀਜ਼ਾਂ ਦੀ ਹੈ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ। ਲੋੜ ਨਹੀਂ ਹੈ, ਸਰ ਸਕਦਾ, ਪਰ ਸਾਡੇ ਅੰਦਰ ਪਕੜ ਹੈ। ਆਪਣੇ ਚੁੰਗਲ ਵਿੱਚ ਫਸਾਈ ਰੱਖਣ। ਕਹਿੰਦੇ ਜਿਹੜਾ ਜੋਗੀ ਦਾ ਕਿਰਦਾਰ ਹੈ ਨਾ, ਸਿੱਖ ਦਾ ਕਿਰਦਾਰ, ਉਹ ਮਨ ਕਰਕੇ ਤਿਆਗੀ ਹੁੰਦਾ। ਤਿਆਗੀ ਵਸਤੂਆਂ ਦੀ ਬਹੁਤੀ ਪਕੜ ਉਹਦੇ ਮਨ ਵਿੱਚ ਨਹੀਂ। ਉਹ ਇਸ ਢੰਗ ਦੇ ਨਾਲ ਤਿਆਗੀ ਕਿਉਂ ਹੁੰਦਾ ਹੈ? ਕਿਉਂਕਿ ਉਸ ਨੂੰ ਇਸ ਗੱਲ ਦਾ ਪੂਰਾ ਪਤਾ ਹੈ ਕਿ ਇਹ ਜਿਹੜੀਆਂ ਸਾਰੀਆਂ ਹੀ ਚੀਜ਼ਾਂ ਹਨ, ਇਹ ਨਾਸਮਾਨ। ਉਹ ਜਾਗਿਆ ਹੋਇਆ ਪੁਰਸ਼ ਹੈ, ਉਹ ਤੇ ਦਿਨ ਰਾਤ ਜਾਗਦਾ ਹੀ ਹੈ। ਕਬਹੁ ਨਾ ਸੁੱਤਾ, ਅਹਨਸ ਜਾਗੇ ਕਬਹਿ ਨਾ ਸੁੱਤਾ। ਅਹਨਸ ਕਹਿੰਦੇ ਦਿਨ ਰਾਤ ਜਾਗਦਾ ਰਹਿੰਦਾ ਹੈ, ਕਦੇ ਸੌਂਦਾ ਹੀ ਨਹੀਂ ਹੈ। ਕੌਣ? ਜੋਗੀ। ਜੋਗੀ ਕੌਣ? ਗੁਰਸਿੱਖ। ਗੁਰਸਿੱਖ ਕੌਣ? ਭਗਤ। ਭਗਤ ਕੌਣ? ਖਾਲਸਾ। ਕਦੇ ਸੌਂਦਾ ਹੀ ਨਹੀਂ ਹੈ। ਇਸ ਨਾ ਸੌਣ ਤੋਂ ਕੀ ਭਾਵ ਹੈ? ਤਿੰਨ ਅਵਸਥਾਵਾਂ ਹਨ, ਸੁਣਨ ਵਾਲੀਆਂ ਗੱਲਾਂ ਨੇ ਸਾਰੀ। ਮਨੁੱਖ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਹੀ ਵਿਚਰਦਾ ਰਹਿੰਦਾ ਹੈ। ਇੱਕ ਜਾਗਰਤ ਅਵਸਥਾ ਹੈ, ਇੱਕ ਸੋਵਤ ਅਵਸਥਾ ਹੈ, ਇੱਕ ਸੁਪਨ ਅਵਸਥਾ ਹੈ। ਬੰਦਾ ਚਾਹੇ ਤਾਂ ਜਾਗਦਾ ਹੁੰਦਾ ਹੈ, ਜਾਂ ਸੁਣਦਾ ਹੁੰਦਾ ਹੈ, ਜਾਂ ਸੁਣਦਿਆਂ ਹੋਇਆਂ ਉਹ ਸੁਪਨੇ ਲੈਂਦਾ ਹੁੰਦਾ। ਸਰੀਰ ਕਰਕੇ ਸੋਣਾ ਅਤੇ ਜਾਗਣਾ ਹੋਰ ਗੱਲ ਹੈ, ਪਰ ਆਤਮਾ ਕਰਕੇ
ਸੌਣਾ ਅਤੇ ਜਾਗਣਾ ਅਤੇ ਸੁਪਨੇ ਲੈਣੇ ਹੋਰ ਗੱਲ। ਕਈ ਵਾਰੀ ਕਈ ਮਨੁੱਖਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਸਾਰੀ ਜ਼ਿੰਦਗੀ ਸੁਣਦੇ ਹੀ ਲੰਘ ਜਾਂਦੇ ਆ, ਤੇ ਕਈਆਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਸਾਰੀ ਜ਼ਿੰਦਗੀ ਸੁਪਨੇ ਹੀ ਦੇਖਦੇ ਰਹਿੰਦੇ ਹਨ, ਸੁਪਨੇ ਵਿੱਚ ਹੀ ਲੰਘ ਜਾਂਦੇ, ਜਾਗੇ ਨਹੀਂ ਹੈ। ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ, ਉਹਨਾਂ ਦੀ ਅਣਖ, ਉਹਨਾਂ ਦੀ ਗੈਰਤ ਸੁੱਤੀ ਰਹਿੰਦੀ ਹੈ। ਪਰ ਗੁਰਬਾਣੀ ਕਹਿੰਦੇ ਹੈ ਗੁਰਮੁਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਮਾਇਆ ਤੋਂ ਬਿਲਕੁਲ ਉਦਾਸ, ਨਿਰਲੇਪ, ਉਚਾਟ, ਵਿਰਕਤ ਹੋ ਕੇ ਰਹਿੰਦੇ ਹਨ। ਉਹਨਾਂ ਨੂੰ ਪਤਾ ਹੈ ਨਾ कि माया होई नागनी जगत रेहा लपटाए, जो इसकी सेवा करे तिसी को प्रकाए। इस करके वो जागे हुए हैं, उन्होंने पता है, वो सुनते नहीं। वो जागरूक अवस्था दे विच हो के करदे की हन भला? जागत जागर है लिव लाए। ਉਹ ਜਾਗਰਤ ਹੋ ਕੇ ਜਾਗ ਕੇ ਨਾ ਆਤਮਿਕ ਤੌਰ ਤੇ ਪਰਮਾਤਮਾ ਦੇ ਨਾਲ ਆਪਣੀ ਲਿਵ ਲਾ ਕੇ ਰੱਖਦੇ ਹਨ। ਉਹਨਾਂ ਦੀ ਜਿਹੜੀ ਲਿਵ ਹੈ ਨਾ 24 ਘੰਟੇ ਲੱਗੀ ਰਹਿੰਦੀ। ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਨੋ ਖੀਂਚ। ਜਿਵੇਂ ਅਸੀਂ ਕਹਿੰਦੇ ਹਾਂ ਨਾ 24 ਘੰਟੇ ਬਿਜਲੀ ਆਣੀ ਚਾਹੀਦੀ ਹੈ, ਕਦੇ ਵੀ ਕੱਟ ਨਹੀਂ ਲੱਗਣਾ ਚਾਹੀਦਾ। ਇਸੇ ਪ੍ਰਕਾਰ ਹੀ ਉਹਨਾਂ ਦੀ ਜਿਹੜੀ ਸੁਰਤੀ ਹੈ ਨਾ, ਲਿਵ ਹੈ, 24 ਘੰਟੇ ਹਰ ਸਮੇਂ ਹੀ ਜੁੜੀ ਰਹਿੰਦੀ ਹੈ, ਰਾਬਤਾ ਪਰਮਾਤਮਾ ਦੇ ਨਾਲ ਬਣਿਆ ਹੋਇਆ ਹੈ। ਕਿਉਂਕਿ ਉਹ ਨਾ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹਿੰਦੇ ਹਨ ਹਮੇਸ਼ਾ। ਇਸੇ ਕਰਕੇ ਹੀ ਤਿਸ ਕਾਲ ਨਾ ਖਾਏ, ਉਹਨਾਂ ਨੂੰ ਮੌਤ ਖਾ ਨਹੀਂ ਸਕਦੀ, ਉਹਨਾਂ ਨੂੰ ਮੌਤ ਮਾਰ ਨਹੀਂ ਸਕਦੀ। ਉਹ ਆਪਣੀ ਮਰਜ਼ੀ ਨਾਲ ਆਉਂਦੇ ਹਨ, ਆਪਣੀ ਮਰਜ਼ੀ ਨਾਲ ਜਾਂਦੇ। ਜਨਮ ਮਰਨ ਦੋਹੋਂ में नाही, ਜਨ ਪਰ ਉਪਕਾਰੀ ਆਏ। ਉਹ ਜਨਮ ਅਤੇ ਮਰਨ ਤੋਂ ਮੁਕਤ ਹੁੰਦੇ ਹਨ, ਉਹ ਪਰ ਉਪਕਾਰ ਵਾਸਤੇ ਆਉਂਦੇ ਹਨ, ਲੋਕਾਂ ਦੇ ਭਲੇ ਵਾਸਤੇ। ਆਮ ਤੌਰ ਤੇ ਅਸੀਂ ਆਉਂਦੇ ਹਾਂ ਕੇਵਲ ਆਪਣੇ ਭਲੇ ਵਾਸਤੇ, ਬਈ ਇਹਦੇ ਵਿੱਚ ਮੇਰਾ ਭਲਾ ਕੀ ਹੈ। ਪਰ ਜਿਹੜੇ ਗੁਰਮੁਖ ਹਨ ਉਹ ਲੋਕਾਂ ਦੇ ਭਲੇ ਵਾਸਤੇ। ਜਨਮ ਮਰਨ ਅਤੀਤ ਭਏ ਮਾਰੈ ਬੇਰਾਈ। ਜਿਹੜੀ ਅੰਦਰ ਬੈਰਾਈ ਦੀ ਭਾਵਨਾ ਹੈ ਨਾ, ਬੈਰੀ ਜਿਹੜੇ ਅੰਦਰ ਬੜੇ ਸਾਡੇ ਅੰਦਰ ਬੈਰੀ, ਸਾਡੇ ਹੀ ਬੈਰੀ ਸਾਡੇ ਹੀ ਅੰਦਰ ਰਹਿੰਦੇ ਆ। ਜਾਂ ਇਉਂ ਕਹਿ ਲਓ ਕਿ ਜਿਹੜੇ ਮਾਰ ਧਾੜ ਕਰਨ ਵਾਲੇ ਹਨ, ਝਪਟ ਮਾਰ ਹਨ, ਉਹ ਪਿੰਡ ਵਿੱਚ ਹੀ ਰਹਿ ਰਹੇ ਹਨ, ਕਿਰਾਏ ਤੇ ਮਕਾਨ ਲੈ ਕੇ ਝਪਟ ਮਾਰਦੇ ਹਨ, ਚੋਰੀਆਂ ਕਰਦੇ ਹਨ ਤੇ ਆਪਣੇ ਮਕਾਨ ਵਿੱਚ ਵੜ ਜਾਂਦੇ ਹਨ।
ਅਸੀਂ ਬਾਹਰ ਭਾਲਦੇ ਫਿਰਦੇ ਹਾਂ, ਉਹ ਅੰਦਰ ਹੀ ਬੈਠੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਕਿਤੋਂ ਬਾਹਰੋਂ ਥੋੜਾ ਹੁੰਦੇ ਹਨ, ਅੰਦਰ ਹੀ ਬੈਠੇ ਨੇ। ਜਦੋਂ ਵੀ ਜਿਸ ਦਾ ਵੀ ਦੌ ਲੱਗਦਾ ਹੈ ਉਹ ਲਾ ਕੇ ਤਿੱਤਰ ਹੋ ਜਾਂਦਾ ਹੈ। ਪਰ ਜਿਹੜਾ ਗੁਰਮੁਖ ਹੈ ਉਹ ਇਹਨਾਂ ਪੰਜ ਬੈਰੀਆਂ ਨੂੰ ਮਾਰ ਮੁਕਾਉਂਦਾ। ਉਹਨੇ ਸਫਾਇਆ ਕਰ ਦਿੱਤਾ। ਵਰਤੀ ਵਰਤ ਰਹਿ ਨਿਹਕਾਮ, ਪ੍ਰਣਤ ਨਾਨਕ ਤਹਿ ਲਿਵਲਾਈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਨਾਲ ਲਿਵ ਲਾਈ ਹੋਈ ਹੈ, ਸ਼ਬਦ ਵਿੱਚ ਲਿਵ ਲਾਈ ਹੋਈ ਹੈ, ਬ੍ਰਹਮ ਦੇ ਵਿੱਚ ਉਹਨਾਂ ਦੀ ਸੁਰਤੀ ਜੁੜੀ ਹੋਈ। ਅੱਗੇ ਸਰਵਣ ਕਰੋ। ਦੁਆਦਸੀ ਦਇਆ ਦਾਨ ਕਰ ਜਾਣੇ। ਭਾਈ ਗੁਰੂ ਕੇ ਸਿੱਖ ਅੰਦਰ, ਮਨੁੱਖ ਦੇ ਅੰਦਰ ਦਇਆ ਹੋਣੀ ਜ਼ਰੂਰੀ ਹੈ। ਜੇ ਦਇਆ ਨਾ ਹੋਵੇ ਤਾਂ ਸਮਝ ਲਓ ਫਿਰ ਬੰਦਾ ਕਸਾਈ ਹੈ, ਫਿਰ ਜ਼ਾਲਮ ਹੈ। ਜਿਸ ਮਨੁੱਖ ਦੇ ਅੰਦਰ, ਜਿਸ ਬੰਦੇ ਦੇ ਅੰਦਰ ਦਇਆ ਨਹੀਂ, ਦਇਆ ਤੋਂ ਜਿਹੜਾ ਵਿਪਰੀਤ ਸ਼ਬਦ ਹੈ ਉਹ ਹੈ ਜ਼ਾਲਮਪੁਣਾ। ਫਿਰ ਉਹ ਜ਼ਾਲਮਪੁਣਾ ਹੈ, ਜ਼ਾਲਮ ਹੈ। ਦਾਨ ਕਰ ਜਾਣਾ। ਦਾਨ ਕਰਨ ਦੀ ਵਿਧੀ ਵੀ ਜਾਣਦਾ ਹੋਵੇ, ਦਾਨ ਕਿਸ ਨੂੰ ਦੇਣਾ ਹੈ, ਕਿਵੇਂ ਦੇਣਾ। ਗੁਰੂ ਜੀ ਨੇ ਤਾਂ ਸਾਨੂੰ ਬਹੁਤ ਸੋਹਣੀ ਡਾਇਰੈਕਸ਼ਨ ਦਿੱਤੀ ਹੋਈ ਹੈ। ਕਹਿੰਦੇ ਦਾਨ ਦਿਓ ਇਨਹੀ ਕੋ ਭਲੋ। ਭਾਈ ਦਾਨ ਆਪਣੇ ਤੋਂ ਗਰੀਬ ਸਿੱਖ ਨੂੰ ਦੇਣਾ ਹੈ, ਆਪਣੇ ਤੋਂ ਗਰੀਬ ਸਿੱਖ। ਐਵੇਂ ਵੀ ਨਹੀਂ ਹਟਾਈ ਜਾਣਾ। ਆਪਣੇ ਤੋਂ ਜਿਹੜਾ ਗਰੀਬ ਸਿੱਖ ਹੈ, ਲੋੜਵੰਦ ਸਿੱਖ ਹੈ, ਉਹਨੂੰ ਦੇਣਾ। ਜਿਹੜਾ ਖਾਲਸਾ ਗਰੀਬ ਹੈ ਨਾ, ਕਮਜ਼ੋਰ ਹੈ, ਲੋੜਵੰਦ ਹੈ, ਉਹਦੀ ਮਦਦ ਕਰਨੀ। ਤੇ ਨਾਲੇ ਇੱਕ ਗੱਲ ਹੋਰ ਵੀ ਕਰਨੀ ਹੈ। ਕਹਿੰਦੇ ਬਾਹਰ ਜਾਤੋ ਭੀਤਰ ਆਣਾ। ਇਹ ਮਨ ਜਿਹੜਾ ਹੈ ਨਾ ਬਾਹਰ ਨੂੰ ਦੌੜਦਾ ਹੈ, ਜਾਂ ਤਾਂ ਬਾਹਰ ਨੂੰ। ਸਾਡੀ ਦੌੜ ਜਿਹੜੀ ਹੈ ਨਾ ਬਾਹਰ ਜਾਣ ਨੂੰ ਲੱਗੀ ਹੋਈ ਹੈ। ਸਾਰਾ ਪੰਜਾਬ ਕਹਿ ਰਿਹਾ ਅਸੀਂ ਤਾਂ ਬਾਹਰ ਚਲੇ ਜਾਵਾਂਗੇ, ਬਾਹਰ ਜਾਣ ਦੀ ਦੌੜ। ਅਸੀਂ ਗੁਰਦੁਆਰੇ ਹੁਣ ਬੈਠੇ ਹਾਂ ਅੰਦਰ, ਸਾਨੂੰ ਇਉਂ ਲੱਗ ਰਿਹਾ ਅਸੀਂ ਬਾਹਰ ਕਦ ਜਾਈਏ। ਇੱਥੇ ਸਾਨੂੰ ਘੁੱਟਣ ਮਹਿਸੂਸ ਹੋ ਰਹੀ ਹੈ, ਬੈਠਣਾ ਸਾਨੂੰ ਕਿੰਨਾ ਔਖਾ ਜਿਹਾ ਲੱਗਦਾ ਹੈ। ਬਈ ਫਟਾਫਟ ਭੋਗ ਪਵੇ, ਅਸੀਂ ਦੌੜੀਏ, ਅਸੀਂ ਬਾਹਰ ਨਿਕਲੀਏ। ਬੰਦਸ ਹੈ ਇੱਥੇ, ਘੁੱਟਣ ਮਹਿਸੂਸ ਹੋ ਰਹੀ ਹੈ। ਤਾਂ ਹੀ ਅਸੀਂ ਕਹਿੰਦੇ ਬਈ ਪੰਜਾਬ ਵਿੱਚ ਤਾਂ ਕੁਝ ਨਹੀਂ ਰਿਹਾ ਹੈ, ਇੱਥੇ ਨਾ ਰਹਿਣ ਨੂੰ ਜਗ੍ਹਾ ਰਹੀ ਹੈ, ਨਾ ਰਹਿਣ ਨੂੰ ਇੱਥੇ ਆਪਣਾ ਮਾਹੌਲ ਰਿਹਾ ਹੈ, ਆਪਾਂ ਬਾਹਰ ਨੂੰ ਚੱਲੀਏ। ਕਿੰਨੇ ਕੁ ਲੋਕ ਬਾਹਰ ਚਲੇ ਜਾਣਗੇ? ਸਾਰੀ ਦੁਨੀਆ ਬਾਹਰ ਚਲੀ ਜਾਏਗੀ ਤੇ ਬਾਹਰ ਵਾਲੇ ਇੱਧਰ ਨੂੰ ਆ ਰਹੇ ਹੈ, ਉੱਧਰ ਨੂੰ ਆ ਰਹੇ। ਮਨੁੱਖ ਦੇ ਮਨ ਦੀ ਇਹ ਬਿਰਤੀ ਹੈ ਕਿ ਇਹ ਹਮੇਸ਼ਾ ਹੀ ਬਾਹਰ ਨੂੰ ਝਾਕਦਾ ਹੈ। ਅਸੀਂ ਅੰਦਰ ਬੈਠੇ ਹਾਂ, ਅਸੀਂ ਬਾਹਰ ਨੂੰ ਝਾਕੀ ਜਾਵਾਂਗੇ। ਬਾਹਰੋਂ ਕੌਣ ਆ ਰਿਹਾ ਹੈ, ਬਾਹਰ ਕੀ ਹੋ ਰਿਹਾ ਹੈ,
ਤਾਕੀਆਂ ਵਿੱਚ ਨੂੰ ਬੈਠੇ ਸੀ, ਬਾਹਰ ਝਾਕੀ ਜਾਣ। ਇਸ ਨੂੰ ਕਹਿੰਦੇ ਹਨ ਬਾਹਰ ਮੁਖੀ। ਇਹ ਬਾਹਰ ਮੁਖੀ ਬਿਰਤਾਂਤ ਹੈ ਬੰਦੇ ਦਾ, ਹਮੇਸ਼ਾ ਬਾਹਰ ਨੂੰ ਝਾਕਦਾ। ਘਰ ਦੀ ਚੀਜ਼ ਇਹਨੂੰ ਕੋਈ ਚੰਗੀ ਨਹੀਂ ਲੱਗਦੀ, ਬਾਹਰ ਦੀ ਚੰਗੀ ਲੱਗਦੀ ਹੈ। ਘਰ ਦੀ ਰੋਟੀ ਚੰਗੀ ਨਹੀਂ ਲੱਗਦੀ, ਬਾਹਰ ਦੀ ਚੰਗੀ ਲੱਗਦੀ ਹੈ। ਬਾਹਰ ਨੂੰ ਦੌੜਨਾ ਚਾਹੁੰਦਾ। ਬੰਦੇ ਦੇ ਮਨ ਦੀ ਇਹ ਫਿਤਰਤ ਹੈ, ਵਰਤਾਰਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਕਹਿੰਦੇ ਇਸ ਬਾਹਰ ਜਾਂਦੇ ਹੋਏ ਮਨ ਨੂੰ ਅੰਦਰ ਨੂੰ ਮੋੜਨਾ ਹੈ। ਅੰਦਰ ਨੂੰ ਘਰ ਵਾਪਸੀ, ਇਹਨੂੰ ਅੰਦਰ ਨੂੰ ਮੋੜਨਾ ਹੈ। ਇਸ ਅੰਦਰ ਨੂੰ ਮੋੜਨ ਨੂੰ ਕਿਹਾ ਜਾਂਦਾ ਹੈ ਗੁਰਮੁਖੀ ਬੋਲੀ ਦੇ ਵਿੱਚ ਅੰਤਰਮੁਖੀ। ਅੰਤਰਮੁਖੀ ਹੋਣਾ ਹੈ, ਅੰਤਰਮੁਖੀ। ਵਰਤੀ ਵਰਤ ਰਹਿ ਨਿਹਕਾਮ, ਕਾਮਨਾਵਾਂ ਤੋਂ ਬਿਲਕੁਲ ਮੁਕਤ ਹੋ ਕੇ, ਬਿਲਕੁਲ ਮੁਕਤ ਹੋ ਕੇ ਇਹੋ ਜਿਹਾ ਵਰਤ ਰੱਖੇ, ਇਹੋ ਜਿਹਾ ਵਰਤ ਰੱਖੇ ਕਿ ਜਿਸ ਵਰਤ ਦੇ ਵਿੱਚ ਨਾ ਕਾਮ ਹੋਵੇ, ਨਾ ਕ੍ਰੋਧ ਹੋਵੇ, ਨਾ ਲੋਭ ਹੋਵੇ, ਨਾ ਮੋਹ ਹੋਵੇ, ਨਾ ਹੰਕਾਰ ਹੋਵੇ, ਨਾ ਆਸਾ ਹੋਵੇ, ਨਾ ਮਨਸਾ ਹੋਵੇ, ਨਾ ਈਰਖਾ ਹੋਵੇ, ਨਾ ਤਕੱਬਰ ਹੋਵੇ। ਇਹੋ ਜਿਹੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਛੱਡ ਦੇਣਾ। ਪਰ ਅਸੀਂ ਵਰਤ ਕਿਹਨੂੰ ਕਹਿੰਦੇ ਹਾਂ? ਬਈ ਮੇਰਾ ਤਾਂ ਅੱਜ ਵਰਤ ਹੈ। ਕਾਹਦਾ ਵਰਤ ਹੈ? ਬਸ ਰੋਟੀ ਨਹੀਂ ਖਾਈ, ਫਲ ਖਾ ਲੈਂਦਾ ਹਾਂ, ਦੁੱਧ ਪੀ ਲੈਂਦਾ ਹਾਂ। ਰੋਟੀ ਦਾ ਵਰਤ ਰੱਖਿਆ ਹੋਇਆ। ਗੁਰੂ ਜੀ ਕਹਿੰਦੇ ਨੇ ਇਹ ਵੀ ਕੋਈ ਵਰਤ ਹੈ। ਡੰਗਰ ਜਿਹੜੇ ਹਨ ਉਹ ਰੋਟੀ ਖਾਂਦੇ ਹੀ ਨਹੀਂ, ਉਹ ਬਰਸੀਨ ਖਾਂਦੇ ਹਨ, ਕੱਖ ਖਾਂਦੇ ਹਨ, ਉਹ ਵਰਤੀ ਹੋ ਗਏ। ਵਰਤ ਤਾਂ ਉਹਨਾਂ ਚੀਜ਼ਾਂ ਵੱਲ ਦਾ ਰੱਖਣਾ ਸੀ ਜਿਹੜੀ ਬੁਰਾਈਆਂ ਫੈਲਾਉਂਦੀਆਂ ਹਨ, ਤੈਨੂੰ ਸਮਾਜ ਨੂੰ ਦੋਸ਼ਿਤ ਕਰ ਰਹੀਆਂ ਹਨ। ਉਹਨਾਂ ਚੀਜ਼ਾਂ ਦਾ ਵਰਤ ਰੱਖਣਾ ਸੀ, ਉਹਨਾਂ ਨੂੰ ਤਿਆਗਣਾ ਸੀ। ਤੂੰ ਕਹਿੰਦਾ ਮੈਂ ਰੋਟੀ ਛੱਡ ਕੇ ਵਰਤ ਰੱਖ ਲਿਆ। ਇਹ ਕਿਹੜਾ ਪਹਾੜ ਢਾਹ ਦਿੱਤਾ? ਇਹ ਤਾਂ ਕੁਝ ਵੀ ਨਹੀਂ ਹੈ। ਤੇ ਨਾਲੇ ਗੁਰੂ ਜੀ ਨੇ ਤਾਂ ਸਾਨੂੰ ਬੇਵਰਜਿਤ ਕੀਤਾ ਹੈ ਇਹੋ ਜਿਹੀਆਂ ਗੱਲਾਂ। ਸਿੱਖ ਕਿਉਂ ਵਰਤ ਰੱਖੇ? ਥੋੜਾ ਖਾਵੇ, ਥੋੜਾ ਸੋਵੇ, ਇਹ ਵਰਤ ਰੱਖੇ। ਜੇ ਰੱਖਣਾ ਹੀ ਹੈ, ਇਹੋ ਜਿਹਾ ਵਰਤ ਰੱਖੇ। ਤੇ ਨਾਲੇ ਅਜਪਾ ਜਾਪ ਜਪੈ ਮੁਖ ਨਾਮ, ਆਪਣੇ ਮੁਖ ਤੋਂ ਅਜਪਾ ਜਾਪ ਜਪੇ। ਅਜਪਾ ਅਜਪੇ ਤੋਂ ਭਾਵ ਕੀ ਹੁੰਦਾ ਹੈ? ਜਿਹੜਾ ਜਪਿਆ ਹੀ ਨਾ ਜਾਏ। ਕਹਿਣ ਤੋਂ ਭਾਵ ਹੈ ਕਿ ਅਖੰਡ ਸਿਮਰਨ, ਅਖੰਡ ਸਿਮਰਨ ਚੱਲਦਾ ਰਹੇ, ਬਿਨਾਂ ਕਿਸੇ ਤਰਦਦ ਤੋਂ, ਬਿਨਾਂ ਕਿਸੇ ਕੋਸ਼ਿਸ਼ ਤੋਂ, ਆਟੋਮੈਟਿਕ ਜਿਵੇਂ ਘੜੀ ਚੱਲਦੀ ਹੈ ਨਾ, ਇਸ ਤਰ੍ਹਾਂ ਜਿਹੜਾ ਹੈ ਨਾ ਮਨ ਚੱਲਦਾ ਰਹੇ। ਰਾਤ ਹੀ ਇੱਕ ਆਪਣੇ ਪਿੰਡ ਦਾ ਬੱਚਾ ਕਹਿ ਰਿਹਾ ਸੀ, ਕਹਿੰਦੇ ਜਦੋਂ ਮੈਂ ਗੁਰਦੁਆਰੇ ਹੁਣ ਆਉਣਾ ਸ਼ੁਰੂ ਕੀਤਾ ਹੈ ਨਾ, ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ ਡੀਪਲੀ, ਕਹਿੰਦੇ ਸਾਰੀ ਰਾਤ ਬਾਣੀ ਹੀ ਚਲੀ ਜਾਂਦੀ ਹੈ ਅੰਦਰ, ਸਾਰੀ ਰਾਤ। ਸਾਰੀ ਰਾਤ ਕਹਿੰਦਾ ਬਾਣੀ ਹੀ ਮਨ ਵਿੱਚ ਚਲੀ ਜਾਂਦੀ ਹੈ, ਸੌਂਦੇ ਹੋ ਵੀ ਜਾਗਦੇ ਹੋ। ਆਪਣੇ ਪਿੰਡ ਦਾ ਮੁੰਡਾ ਹੈ, ਗੱਲ ਕਰਨੀ ਹੈ ਤਾਂ ਕਰਾ ਦੇ। ਅਜਪਾ ਜਾਪ ਜਪੈ ਮੁਖ ਨਾਮ, ਤੀਨ ਭਵਨ ਮੈਂ ਏਕੋ ਜਾਣੇ।
ਤਿੰਨਾਂ ਭਵਨਾਂ ਦੇ ਵਿੱਚ ਇੱਕ ਨੂੰ ਜਾਣੇ। ਧਰਤੀ, ਆਕਾਸ਼, ਪਤਾਲ, ਇਹਦੇ ਵਿੱਚ ਇੱਕ ਕੌਣ ਹੈ? ਪਰਮਾਤਮਾ ਹੀ ਇੱਕ ਹੈ ਨਾ। ਉਹ ਹੀ ਧਰਤੀ ਤੇ ਹੈ, ਉਹ ਹੀ ਪਤਾਲ ਵਿੱਚ ਹੈ, ਉਹ ਹੀ ਆਕਾਸ਼ ਵਿੱਚ ਹੈ, ਉਹ 14 ਭਵਨਾਂ ਵਿੱਚ ਹੈ, ਸਾਰੀਆਂ ਥਾਵਾਂ ਤੇ ਉਹ ਹੈ। ਉਸ ਨੂੰ ਪਛਾਣਨਾ, ਉਸ ਨੂੰ ਜਾਣਨਾ। ਜੇ ਸੱਚ ਨੂੰ ਜਾਣ ਲਿਆ ਤੇ ਬੰਦਾ ਸਚਿਆਰਾ ਬਣ ਗਿਆ, ਸਮਝ ਲਓ ਕਿ ਉਸ ਦੇ ਕੋਲ ਸਾਰੀਆਂ ਹੀ ਸੂਚਾਂ ਆ ਗਈਆਂ ਤੇ ਸਾਰੇ ਹੀ ਸੰਜਮ ਆ ਗਏ ਉਹਦੇ ਕੋਲ। ਜੇ ਬੰਦਾ ਸੱਚਾ ਬਣ ਜਾਏ। ਜੇ ਬੰਦਾ ਸੱਚਾ ਨਾ ਬਣੇ, ਸਚਿਆਰਾ ਨਾ ਹੋਵੇ, ਝੂਠਾ ਬੰਦਾ ਹੋਵੇ, ਭਾਵੇਂ ਉਹ ਜਿੰਨੀ ਮਰਜ਼ੀ ਸੁਚਮ ਰੱਖੀ ਜਾਵੇ, ਜਿੰਨੇ ਮਰਜ਼ੀ ਮਰਿਆਦਾ ਰੱਖੀ ਜਾਵੇ, ਉਹਦੀ ਮਰਿਆਦਾ ਤੇ ਸੰਜਮ ਕੱਖ ਜੋਗ ਹੋਵੇ। ਜੇ ਉਹਦੇ ਕੋਲ ਸਚਾਈ ਨਹੀਂ ਹੈ, ਜਿਨ ਸੱਚ ਪੱਲੇ ਹੋਏ। ਭਈ ਜਿਨ੍ਹਾਂ ਕੋਲ ਸਚਾਈ ਨਹੀਂ ਹੈ, ਉਹ ਭਾਵੇਂ 10 ਵਾਰੀ ਗੁਰਦੁਆਰੇ ਆਉਣ, ਭਾਵੇਂ 50 ਬਾਣੀਆਂ ਦਾ ਪਾਠ ਕਰਨ, ਤੇ ਭਾਵੇਂ ਉਹ ਸੁੱਚ ਰੱਖੀ ਜਾਣ, ਭਾਵੇਂ 20 ਵਾਰੀ ਨਹਾਈ ਜਾਣ, ਤੇ ਭਾਵੇਂ ਮਰਿਆਦਾ ਵਿੱਚ ਐਨ ਪੂਰੇ ਹੋਣ, 5 ਕਕਾਰ ਵੀ ਪਹਿਨ ਕੇ ਰੱਖੇ ਹੋਣ, ਤੇ ਜੇ ਸੱਚਾ ਨਹੀਂ ਹੈ, ਝੂਠਾ ਬੰਦਾ ਹੈ, ਫਿਰ ਤਾਂ ਕੁਝ ਵੀ ਨਹੀਂ ਹੈ। ਫਿਰ ਤਾਂ ਕੁਝ ਵੀ ਨਹੀਂ ਹੈ ਨਾ। ਚਲੋ ਅੱਗੇ ਗੱਲ ਕਰਦੇ ਹਾਂ। ਤੇਰਸ, ਅਸੀਂ ਕਹਿੰਦੇ ਹਾਂ ਤਰੋਦਸੀ, 13ਵੀਂ ਤਰੀਕ ਹੋ ਗਈ। ਤੇਰਸ ਤਰੋਦਸੀ ਹੈ। ਤਰੋਦਸੀ ਵਾਲੇ ਦਿਨ ਗੁਰੂ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹਨ? ਲਓ ਸੁਣੋ ਧਿਆਨ ਨਾਲ। ਕਹਿੰਦੇ ਤੇਰਸ ਤਰਵਰ ਸਮੁੰਦ ਕਿਨਾਰਾ। ਸਮਝ ਲਓ ਕਿ ਇੱਕ ਜਿਵੇਂ ਦਰਖਤ ਖੜਿਆ ਹੈ ਸਮੁੰਦਰ ਦੇ ਕਿਨਾਰੇ ਤੇ। ਸਮੁੰਦਰ ਦਾ ਕਿਨਾਰਾ ਤਾਂ ਬਹੁਤ ਦੂਰ ਹੈ, ਇੰਨੀ ਦੂਰ ਸਾਨੂੰ ਕੀ ਪਤਾ ਲੱਗੇਗਾ। ਅਸੀਂ ਕਹਾਂਗੇ ਨਾ ਇੱਕ ਦਰਖਤ ਖੜਾ ਹੈ ਸਾਡੇ ਘੱਗਰ ਦਰਿਆ ਦੇ ਕਿਨਾਰੇ ਤੇ। ਉਸ ਦਰਖਤ ਦੀ ਕਿੰਨੀ ਕੁ ਬੁਨਿਆਦ ਹੋ ਸਕਦੀ ਹੈ, ਕਿੰਨੀ ਕੁ ਉਮਰ ਹੋ ਸਕਦੀ ਹੈ। ਜੇ ਕੱਲ ਨੂੰ ਘੱਗਰ ਚੜ੍ਹ ਕੇ ਆ ਗਿਆ, ਹੜ੍ਹ ਆ ਗਿਆ, ਬਸ ਰਾਤ ਨੂੰ ਹੀ ਖਤਮ। ਹੁਣ ਤਾਂ ਪਾਣੀ ਨਹੀਂ ਆਉਂਦਾ ਨਾ, ਘੱਗਰ ਵੀ ਨਹੀਂ ਆਉਂਦਾ, ਹੜ੍ਹ ਵੀ ਨਹੀਂ ਆਉਂਦਾ। ਜਦੋਂ ਪਹਿਲਾਂ ਹੜ੍ਹ ਆਉਂਦੇ ਸੀ ਨਾ ਘੱਗਰ ਵਿੱਚ, ਵੱਡੇ ਵੱਡੇ ਦਰਖਤ, ਵੱਡੀਆਂ ਵੱਡੀਆਂ ਚੀਜ਼ਾਂ, ਤੇ ਲੋਕਾਂ ਦੇ ਘਰਾਂ ਦੇ ਸਤੀਰ, ਬੰਦੇ ਹੜ ਹੜ ਕੇ ਆ ਜਾਂਦੇ ਸੀ। ਵੱਡੇ ਵੱਡੇ ਦਰਖਤ ਜਿਹੜੇ ਖੜੇ ਸੀ ਨਾ, ਇੱਥੇ ਕੋਠੇ ਖੜੇ ਸੀ ਸਾਡੇ, ਹਾਲਟ ਵੀ ਖੜੇ ਸੀ, ਉਹ ਵੀ ਪੱਟ ਕੇ ਪਰੇ ਮਾਰੋ। ਜਿੱਥੇ ਹੁਣ ਮਾਰਕੰਡੇ ਦਾ ਮੰਦਿਰ ਹੈ ਨਾ, ਇਹ ਸਾਰੀ ਬੜੀ ਉੱਚੀ ਧਰਤੀ ਸੀ। ਜਦੋਂ ਇੱਕ ਵਾਰੀ ਹੜ ਆਇਆ ਨਾ, ਮੰਦਿਰ ਤਾਂ ਇਹ ਮਗਰੋਂ ਬਣਾਇਆ ਹੈ ਕਿਸੇ ਨੇ, ਇਸ ਤੋਂ ਪਹਿਲਾਂ ਸਾਰਾ ਬੰਨਾ ਜਿਹੜਾ ਸੀ ਹੜਾ ਕੇ ਪਰੇ ਮਾਰਿਆ। ਉਰਲੇ ਪਾਸੇ ਹਲਟ ਹੁੰਦਾ ਸੀ ਬਰਾਗੀਆਂ ਦਾ, ਉਹ ਵੀ ਹੜਾ ਕੇ ਪਰੇ ਮਾਰਿਆ। ਦਰਖਤ ਖੜੇ ਸੀ ਉਹ ਵੀ ਵੱਢ ਕੇ ਪਰੇ ਮਾਰੇ। ਕੰਧੀ ਉੱਤੇ ਰੁਖੜਾ, ਕਿਨਾਰੇ ਤੇ ਖੜਾ ਦਰਖਤ ਜਿਹੜਾ ਹੈ ਉਹਦੀ ਕੀ ਬੁਨਿਆਦ ਹੈ? ਤੇ ਅਸੀਂ ਕਈ ਵਾਰੀ ਗੱਲ ਕਰਦੇ ਹੋਏ ਕਹਿ ਦਿੰਦੇ ਹਾਂ ਵੀ ਸਾਡੀ ਹੁਣ ਉਮਰ ਕਾਫੀ ਹੋ ਗਈ ਹੈ, ਅਸੀਂ ਤਾਂ ਕੰਧੀ ਉੱਤੇ ਰੁਖੜੇ ਦੇ ਬਰਾਬਰ ਹਾਂ। ਜਿਵੇਂ ਕਿਨਾਰੇ ਤੇ ਦਰਖਤ ਖੜਿਆ ਹੋਇਆ ਹੋਵੇ, ਉਹਦੀ ਕੋਈ ਵੱਡੀ ਬੁਨਿਆਦ ਨਹੀਂ ਹੁੰਦੀ, ਸਾਡੀ ਵੀ ਬੁਨਿਆਦ ਨਹੀਂ। ਪਤਾ ਨਹੀਂ ਕੱਲ ਨੂੰ ਮਰਜੀ, ਹੁਣੇ ਮਰਜੀ ਕਿਤੇ ਹਾਰਟ ਅਟੈਕ ਹੋ ਜਾਏ, ਹੁਣੇ ਖਤਮ ਹੋ ਜੀ। ਇਸ ਦਮ ਦਾ ਕੀ ਪਰਿਭਾਸ਼ਾ? ਜਿਉਂ ਪਾਣੀ ਵਿੱਚ ਪਤਾਸਾ, ਫੇਰ ਚੱਕ ਲੈ ਹੋ ਜੂਗੀ।
ਜਦ ਉੱਡ ਗਿਆ ਭੌਰ ਵਜੂਦ ਚੋਂ। ਗੁਰਬਾਣੀ ਕਹਿੰਦੇ ਕਾਢੋ ਕਾਢੋ ਹੋਈ। ਅਸੀਂ ਚੱਕ ਲਓ ਕਹਿੰਦੇ, ਗੁਰਬਾਣੀ ਕਹਿੰਦੇ ਕਾਢੋ ਕਾਢੋ ਹੋਈ। ਬਸ ਸਫਾ ਵਿਛ ਗਈ, ਥੋੜੀ ਵਿਛ ਗਈ। देहुरी बैठी माता रोवे, खटिया ले गए भाई, लट छटकाए तिरिया रोवे, हंस के लज। मिनटा सकिंटा की खेड़ है। जिमें समुद्र के किनारे ते, दरिया के किनारे ते, घग्गर दरिया के किनारे ते जिमें दरख्त खड़ा है, ओदी कोई बुनियाद नहीं है, बई बंदे की भी इस इतनी कोई बुनियाद बरूद नहीं है, एवें चौड़ा हो जाता है। फिर की करे बंदा? अमृत मूल सिखर लिव तारै। परमात्मा दे अमृत नाम नूं जिहड़ा सारियां दा मूल है ना, ओहदे नाल ऐन सिखरली लिव लावे। धुर नाल जुड़े, धुर नाल सिखर लिव लावे ओहदे नाल। डर डर मरै ना बूढ़े कोय। डर डर मरै ना बूढ़े कोय। भाई जिहड़े रब दे डर दे विच मरदे हन, वो फिर संसार सागर विच डुबदे नहीं है। एक टैक्नीकल गल होर है, कहते जिउंदा बंदा डुब जाता है तो मर के तर जाता है, मर के तर जाता। लाश जिहड़ी है वो तर जाती है, जदों तक बंदा लाश नहीं बनता उदों तक वो तरदा नहीं, वो डुबदा है। कई जिहड़े रब दे डर दे विच मर गए ना, औमे तो मैं भावना तो, वो फिर डुबदी नहीं संसार सागर पिछों। डुबदे ਉਹ ਹਨ ਜਿਹੜੇ ਰੱਬ ਤੋਂ ਨਹੀਂ ਡਰਦੇ, ਉਹ ਡੁੱਬ ਜਾਂਦੇ ਹਨ, ਮਰ ਜਾਂਦੇ ਹਨ, ਬੇਇੱਜ਼ਤ ਹੁੰਦੇ ਹਨ ਤੇ ਖਤਮ ਹੁੰਦੇ ਹਨ ਜ਼ਿੰਦਗੀ ਵਿੱਚ। ਡਰ ਮਿਹ ਘਰ, ਘਰ ਮਿਹ ਡਰ ਜਾਣੈ। ਰੱਬ ਦੇ ਡਰ ਦੇ ਵਿੱਚ ਆਪਣਾ ਘਰ ਬਣਾਵੇ ਤੇ ਉਸ ਘਰ ਦੇ ਵਿੱਚ ਰਹੇ ਤੇ ਉਸ ਬ੍ਰਹਮ ਨੂੰ ਜਾਣੇ। ਕਿਹੜੇ ਬ੍ਰਹਮ ਨੂੰ? ਜਿਹੜਾ ਤਖਤ ਨਿਵਾਸੀ ਹੈ, ਜਿਸ ਦਾ ਨਿਵਾਸ ਤਖਤ ਦੇ ਉੱਪਰ ਹੈ। ਤਖਤ ਦੇ ਉੱਪਰ ਕੌਣ ਬੈਠਾ ਹੈ ਇੱਥੇ? श्री गुरु ग्रंथ साहिब जी महाराज तख्त ते विराजमान। ते परमात्मा तख्त ते विराजमान है। परमात्मा का जिहड़ा तख्त है अडोल है, अडोल अकाल तख्त। वो तख्त जिसनों कोई ढा नहीं सकता, जिसनों कोई तोड़ नहीं सकता ते जिसनों कोई खत्म नहीं कर सकता, जिसका काल नहीं है, वो काल तो रहत तख्त है, उस ते अकाल पुरख विराजमान है। उसनों जाने बंदा, वो चंगा लगे बंदे नूं तां गल बनदी है। ਹੁਣ ਅੱਗੇ ਜਿਹੜੀ ਗੱਲ ਹੈ ਉਹ ਹੈ 14 ਚੌਥੇ ਥਾਵੇਂ ਲਹਿ ਪਾਵੇ। 14 ਨੂੰ ਉਪਦੇਸ਼ ਦਿੰਦੇ ਹਨ ਗੁਰੂ ਜੀ।
ਕਹਿੰਦੇ ਚੌਥੀ ਥਾਂ ਪ੍ਰਾਪਤ ਕਰਨੀ ਹੈ। ਚੌਥੀ ਥਾਂ ਹਰ ਇੱਕ ਬਾਣੀ ਦਾ ਜਿਹੜਾ ਸ਼ਬਦ ਹੈ ਨਾ ਬੜੀ ਡੂੰਘਾਈ ਮੰਗਦਾ ਹੈ। ਉੱਪਰੋਂ ਉੱਪਰੋਂ ਤਾਂ ਅਸੀਂ 100 ਪੰਨੇ ਕਰ ਸਕਦੇ ਹਾਂ ਇੱਕ ਘੰਟੇ ਵਿੱਚ ਫਟਾਫਟ, ਜਿਵੇਂ ਆਪਣਾ ਫਰੰਟੀਅਰ ਮੇਲ ਗੱਡੀ ਚੱਲਦੀ ਹੈ ਨਾ, ਇਸ ਤਰ੍ਹਾਂ ਫਟਾਫਟ ਕਰਕੇ 100 ਪੰਨੇ ਕਰ ਲਈਏ। ਪਰ ਜਦੋਂ ਅਸੀਂ ਗੁਰਬਾਣੀ ਨੂੰ ਡੀਪਲੀ ਲੈਂਦੇ ਹਾਂ ਨਾ, ਇੱਕ ਅੱਖਰ ਵੀ ਅੱਗੇ ਜਾਣ ਨੂੰ ਗੱਲ ਨਹੀਂ, ਜਾ ਹੀ ਨਹੀਂ ਸਕਦਾ। ਜੇ ਸਾਨੂੰ ਪਹਿਲੀ ਗੱਲ ਨਹੀਂ ਸਮਝ ਆਈ ਫਿਰ ਅੱਗੇ ਅਸੀਂ ਕਿਉਂ ਤੁਰੀਏ? ਭਾਈ ਸਾਡਾ ਤਾਂ ਕੰਮ ਇਹੋ ਜਿਹਾ ਹੈ, ਅੱਗੇ ਦੌੜ ਤੇ ਪਿੱਛੇ ਚੌੜ। ਅੱਗੇ ਅਸੀਂ ਦੌੜੀ ਜਾ ਰਹੇ ਹਾਂ, ਪਿੱਛੇ ਚੌੜ ਹੋ ਰਹੀ ਹੈ। ਅਗਲਾ ਅਸੀਂ ਅੱਗੇ ਨੂੰ ਤਾਂ ਦੌੜ ਰਹੇ ਹਾਂ, ਪਿੱਛੇ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਕੀ ਕਰਿਆ ਹੈ, ਕੀ ਪੜ੍ਹਿਆ ਹੈ, ਕੁਝ ਵੀ ਨਹੀਂ ਹੈ। ਇਹ ਜਿਹੜੀ ਵਿਚਾਰ ਹੈ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਕੱਲ੍ਹ ਨੂੰ ਸਰਵਣ ਕਰਾਂਗੇ, ਕਿਉਂਕਿ ਅੱਜ ਤਾਂ ਸਮਾਂ ਲਗਭਗ ਹੋ ਹੀ ਗਿਆ ਹੈ। ਜੇ ਗੱਲ ਛੇੜ ਲਈ ਫਿਰ ਮੁੱਕਣੀ ਨਹੀਂ ਹੈ, ਟਾਈਮ ਹੋ ਜਾਏਗਾ, ਆਪਾਂ ਲੇਟ ਹੋ ਜਾਵਾਂਗੇ। ਸਾਨੂੰ ਲੇਟ ਹੋਣ ਦਾ ਬੜਾ ਡਰ ਰਹਿੰਦਾ ਹੈ, ਇਸ ਕਰਕੇ ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।